ਸਤਿ ਸ਼੍ਰੀ ਅਕਾਲ। ਤੁਸੀਂ ਵੇਖ ਰਹੇ ਹੋ ਪੰਜਾਬ ਮੇਲ USA TV। ਮੈਂ ਹਾਂ ਸੰਜੀਵ ਯਸ਼ ਖੰਨਾ। ਖਬਰਾਂ ਦੇ ਬੁਲੇਟਿਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ। ਖਬਰਾਂ ਦੇ ਬੁਲੇਟਿਨ ਦੇ ਸਪਾਂਸਰਸ ਨੇ ਰੀਮੈਕਸ ਦੇ ਰੀਅਲਟਰ ਗੁਰਜਤਿੰਦਰ ਸਿੰਘ ਰੰਧਾਵਾ। ਹਰ ਤਰ੍ਹਾਂ ਦੀ ਪ੍ਰਾਪਰਟੀ ਖਰੀਦਣ ਅਤੇ ਵੇਚਣ ਲਈ ਤੁਸੀਂ ਉਹਨਾਂ ਨੂੰ ਸੰਪਰਕ ਕਰ ਸਕਦੇ ਹੋ। ਫੋਨ ਨੰਬਰ 9163209444। ਪੇਸ਼ ਨੇ ਚੋਣਵੀਆਂ ਖਬਰਾਂ। 10 ਕਰੋੜ ਤੋਂ ਵੱਧ ਕੋਵਿਡ-19 ਮਾਮਲਿਆਂ ਵਾਲਾ ਪਹਿਲਾ ਦੇਸ਼ ਬਣਿਆ ਅਮਰੀਕਾ। ਅਮਰੀਕਾ ਵਿੱਚ ਬਰਫੀਲੇ ਤੂਫਾਨ ਦਾ ਕਹਿਰ ਜਾਰੀ। ਹੁਣ ਤੱਕ 14,000 ਤੋਂ ਵੱਧ ਉਡਾਣਾਂ ਹੋਈਆਂ ਰੱਦ। ਅਮਰੀਕਾ ਵਿੱਚ ਬਰਫੀਲੇ ਤੂਫਾਨ ਕਾਰਨ ਜੰਮਿਆ ਨਿਆਗਰਾ ਫਾਲਸ। 52 ਡਿਗਰੀ ਦਰਜ ਕੀਤਾ ਗਿਆ ਪਾਰਾ। ਚੀਨ ਸਣੇ 6 ਮੁਲਕਾਂ ਤੋਂ ਆਉਣ ਵਾਲਿਆਂ ਲਈ RT-PCR ਨੈਗੇਟਿਵ ਰਿਪੋਰਟ ਪੇਸ਼ ਕਰਨਾ ਲਾਜ਼ਮੀ। ਸਰਕਾਰ ਦੇ ਅਧੀਨ ਨਹੀਂ ਹੈ 에ਅਰ ਇੰਡੀਆ। ਹਾਈ ਕੋਰਟ। ਬੈਂਕਾਕ ਤੋਂ ਕੋਲਕਾਤਾ ਜਾ ਰਹੇ ਹਵਾਈ ਜਹਾਜ਼ ਵਿੱਚ ਯਾਤਰੀ ਥੱਪੜੋ ਥੱਪੜੀ ਹੋਏ। ਭਾਰਤ ਵਿੱਚ ਜਨਵਰੀ ਵਿੱਚ ਵੱਧ ਸਕਦੇ ਨੇ ਕਰੋਨਾ ਦੇ ਮਾਮਲੇ। ਆ ਸਕਦੀ ਹੈ ਮਹਾਮਾਰੀ ਦੀ ਇੱਕ ਹੋਰ ਨਵੀਂ ਲਹਿਰ। BKU ਉਗਰਾਹਾਂ ਦਾ ਵੱਡਾ ਐਲਾਨ। ਪੰਜਾਬ ਵਿੱਚ 5 ਜਨਵਰੀ ਨੂੰ ਸਾਰੇ ਟੋਲ ਹੋਣਗੇ ਫ੍ਰੀ। ਪੰਜਾਬ ਵਿੱਚ ਅੱਤਵਾਦੀ ਹਮਲੇ ਦਾ ਅਲਰਟ ਜਾਰੀ। ਪੁਲਿਸ ਸਟੇਸ਼ਨ ਤੇ ਕਰ ਸਕਦੇ ਨੇ ਹਮਲਾ। ਹੁਣ ਖਬਰਾਂ ਵਿਸਥਾਰ ਦੇ ਵਿੱਚ। ਅਮਰੀਕਾ ਕੋਵਿਡ-19 ਦੇ 10 ਕਰੋੜ ਤੋਂ ਵੱਧ ਮਾਮਲਿਆਂ ਨਾਲ ਦੁਨੀਆ ਦਾ ਪਹਿਲਾ ਦੇਸ਼ ਬਣ ਗਿਆ ਹੈ ਅਤੇ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਇਸ ਦੀ ਚਪੇਟ ਵਿੱਚ ਆਉਣ ਨਾਲ ਲਗਭਗ 10,80,000 ਲੋਕ ਆਪਣੀ ਜਾਨ ਗਵਾ ਚੁੱਕੇ ਨੇ। US ਸੈਂਟਰਸ ਫਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ CDC ਦੁਆਰਾ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਅਨੁਸਾਰ US ਨੇ ਅਧਿਕਾਰਿਤ ਤੌਰ ਤੇ ਕੋਵਿਡ-19 ਦੇ 10 ਕਰੋੜ ਤੋਂ ਵੱਧ ਕੇਸ ਦਰਜ ਕੀਤੇ। CDC ਦੁਆਰਾ ਬੁੱਧਵਾਰ ਨੂੰ ਜਾਰੀ ਕੀਤੇ ਗਏ ਤਾਜ਼ਾ ਅੰਕੜਿਆਂ ਵਿੱਚ 21 ਦਸੰਬਰ ਤੱਕ ਦੇਸ਼ ਵਿੱਚ ਕੋਵਿਡ-19 ਦੇ ਕੁੱਲ 10 ਕਰੋੜ 2,16,983 ਮਾਮਲਿਆਂ ਦੀ ਪੁਸ਼ਟੀ ਹੋਈ। ਮਹਾਰਾ ਨੇ ਕਿਹਾ ਕਿ ਅਸਲ ਗਿਣਤੀ ਇਸ ਤੋਂ ਕਿਤੇ ਵੱਧ ਹੋ ਸਕਦੀ ਹੈ ਕਿਉਂਕਿ ਘਰ ਵਿੱਚ ਟੈਸਟ ਕਰਨ ਵਾਲੇ ਲੋਕ ਆਪਣੇ ਨਤੀਜੇ ਜਨਤਕ ਸਿਹਤ ਵਿਭਾਗਾਂ ਨੂੰ ਨਹੀਂ ਭੇਜਦੇ ਅਤੇ ਬਹੁਤ ਸਾਰੇ ਲੋਕਾਂ ਦਾ ਟੈਸਟ ਵੀ ਨਹੀਂ ਹੁੰਦਾ। CDC ਦੇ ਅੰਕੜਿਆਂ ਤੋਂ ਪਤਾ ਚੱਲਦਾ ਹੈ ਕਿ ਮਹਾਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਦੇਸ਼ ਵਿੱਚ ਲਗਭਗ 10,80,000 ਲੋਕ ਕੋਵਿਡ-19 ਦੀ ਚਪੇਟ ਵਿੱਚ ਆਉਣ ਕਾਰਨ ਆਪਣੀ ਜਾਨ ਗਵਾ ਚੁੱਕੇ ਨੇ। ਅਮਰੀਕਾ ਵਿੱਚ ਇਨ੍ਹਾਂ ਦਿਨੀ ਬਰਫੀਲੇ ਤੂਫਾਨ ਦੇ ਚੱਲਦਿਆਂ ਜਾਨ ਮਾਲ ਦਾ ਭਾਰੀ ਨੁਕਸਾਨ ਹੋਇਆ ਹੈ। ਬਰਫੀਲੇ ਤੂਫਾਨ ਕਾਰਨ ਲੋਕਾਂ ਦੀ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਹੋਈ ਹੈ। ਫਲਾਈਟ ਟਰੈਕਿੰਗ ਵੈਬਸਾਈਟ ਅਨੁਸਾਰ ਦੱਖਣ ਪੱਛਮ ਨੇ 23 ਦਸੰਬਰ ਤੋਂ ਹੁਣ ਤੱਕ 14,500 ਤੋਂ ਵੱਧ ਉਡਾਣਾਂ ਨੂੰ ਰੱਦ ਕਰ ਦਿੱਤਾ ਹੈ। ਨਿਊਜ਼ ਏਜੰਸੀ ਅਨੁਸਾਰ 28 ਦਸੰਬਰ ਦੀ ਸਵੇਰ ਨੂੰ ਹੋਰ 2500 ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਉੱਥੇ ਹੀ US ਟਰਾਂਸਪੋਰਟੇਸ਼ਨ ਸੈਕਟਰੀ ਪੀਟ ਬੂਟੀਗੀਏਗ ਨੇ ਸਾਊਥ ਵੈਸਟ 에ਅਰਲਾਈਨਸ ਤੇ ਦਬਾਅ ਪਾਉਂਦੇ ਹੋਏ ਕਿਹਾ ਕਿ ਹਜ਼ਾਰਾਂ ਹੋਰ ਰੱਦ ਕੀਤੀਆਂ ਉਡਾਣਾਂ ਸਿਸਟਮ ਦੀ ਅਸਫਲਤਾ ਨੂੰ ਦਰਸਾਉਂਦੀਆਂ ਨੇ। ਪੱਛਮੀ ਨਿਊਯਾਰਕ ਵਿੱਚ ਬਰਫੀਲੇ ਤੂਫਾਨ ਨਾਲ ਜੁੜੀਆਂ ਘਟਨਾਵਾਂ ਵਿੱਚ ਹੁਣ ਤੱਕ ਕਈ ਲੋਕਾਂ ਦੀ ਮੌਤ ਹੋ ਚੁੱਕੀ ਹੈ। ਤੂਫਾਨ ਨਾਲ ਪ੍ਰਭਾਵਿਤ ਸ਼ਹਿਰ ਬਫੇਲੋ ਵੀ ਮੰਗਲਵਾਰ ਦੀ ਬਰਫ਼ਬਾਰੀ ਲਈ ਤਿਆਰ ਹੈ, ਭਾਵੇਂ ਕਿ 27 ਦਸੰਬਰ ਤੱਕ ਮਰਨ ਵਾਲਿਆਂ ਦੀ ਗਿਣਤੀ ਘੱਟੋ-ਘੱਟ 34 ਹੋ ਗਈ ਹੈ। ਇਸ ਤੋਂ ਇਲਾਵਾ ਕਈ ਲੋਕ ਕਈ ਦਿਨਾਂ ਤੋਂ ਗੱਡੀਆਂ ਵਿੱਚ ਫਸੇ ਹੋਏ ਨੇ ਜਦੋਂ ਕਿ ਸ਼ਹਿਰ ਦੇ ਹਵਾਈ ਅੱਡੇ ਬੰਦ ਕਰ ਦਿੱਤੇ ਗਏ ਨੇ। ਮੇਅਰ ਬਾਇਰਨ ਬਰਾਊਨ ਦੇ ਦਫ਼ਤਰ ਨੇ ਮੰਗਲਵਾਰ ਨੂੰ ਕਿਹਾ ਕਿ ਤੂਫਾਨ ਨਾਲ 7 ਹੋਰ ਮੌਤਾਂ ਨਾਲ ਬਫੇਲੋ ਸ਼ਹਿਰ ਵਿੱਚ ਮਰਨ ਵਾਲਿਆਂ ਦੀ ਗਿਣਤੀ 27 ਹੋ ਗਈ ਜਦੋਂ ਕਿ ਉਪਨਗਰਾਂ ਵਿੱਚ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ। ਬਫੇਲੋ ਨਿਊਯਾਰਕ ਦਾ ਦੂਜਾ ਸਭ ਤੋਂ ਵੱਡਾ ਸ਼ਹਿਰ ਹੈ ਜਿੱਥੇ ਲਗਭਗ 2.75 ਲੱਖ ਲੋਕ ਰਹਿੰਦੇ ਨੇ। ਸਥਿਤੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਰਾਸ਼ਟਰੀ ਮੌਸਮ ਸੇਵਾ ਦੇ ਅਨੁਸਾਰ ਬਫੇਲੋ ਨਿਆਗਰਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਸੋਮਵਾਰ ਸਵੇਰੇ 10 ਵਜੇ ਤੱਕ ਕੁੱਲ ਬਰਫ਼ ਦਾ ਪੱਧਰ 49.2 ਇੰਚ ਸੀ। ਦੱਸ ਦਈਏ ਕਿ ਅਮਰੀਕਾ ਵਿੱਚ ਬਰਫੀਲੇ ਤੂਫਾਨ ਕਾਰਨ ਦੇਸ਼ ਦੇ ਕਈ ਹਿੱਸਿਆਂ ਵਿੱਚ ਕੜਾਕੇ ਦੀ ਠੰਡ ਜਾਰੀ ਹੈ। ਪੱਛਮੀ ਨਿਊਯਾਰਕ ਵਿੱਚ ਲੋਕਾਂ ਨੂੰ ਭਾਰੀ ਬਰਫ਼ਬਾਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤੂਫਾਨ ਅਤੇ ਬਰਫ਼ਬਾਰੀ ਨਾਲ ਬਫੇਲੋ ਲਈ ਵੀ ਹਾਲਾਤ ਮੁਸ਼ਕਿਲ ਬਣਾ ਦਿੱਤੇ ਗਏ ਨੇ। ਏਰੀ ਕਾਉਂਟੀ ਦੇ ਕਾਰਜਕਾਰੀ ਅਧਿਕਾਰੀ ਮਾਰਕ ਪੋਲੋਨਕਾਰਜ਼ ਨੇ ਕਿਹਾ ਕਿ ਅਜੇ ਰੁਕਣ ਵਾਲਾ ਨਹੀਂ ਹੈ। ਇਹ ਸ਼ਾਇਦ ਸਾਡੀ ਜ਼ਿੰਦਗੀ ਦਾ ਸਭ ਤੋਂ ਖਤਰਨਾਕ ਤੂਫਾਨ ਹੈ। ਅਮਰੀਕਾ ਅਤੇ ਕੈਨੇਡਾ ਵਿੱਚ ਆਏ ਬੰਬ ਚੱਕਰਵਾਤ ਨੂੰ ਸਦੀ ਦੇ ਸਭ ਤੋਂ ਵੱਡੇ ਬਰਫੀਲੇ ਤੂਫਾਨਾਂ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਸ ਨੇ ਉੱਥੋਂ ਦੇ ਲੋਕਾਂ ਦੇ ਜਨ ਜੀਵਨ ਵਿੱਚ ਰੁਕਾਵਟ ਪਾ ਦਿੱਤੀ ਹੈ।
ਉੱਥੇ ਹੀ ਇਸ ਬਰਫੀਲੇ ਤੂਫਾਨ ਕਾਰਨ ਦੁਨੀਆ ਦੇ ਸਭ ਤੋਂ ਉੱਚੇ ਝਰਨੇ ਨਿਆਗਰਾ ਫਾਲਸ ਨੇ ਵੀ ਜਮਾ ਦਿੱਤਾ ਹੈ। ਸੋਸ਼ਲ ਮੀਡੀਆ ਤੇ ਜੰਮੇ ਹੋਏ ਨਿਆਗਰਾ ਫਾਲਸ ਦੇ ਵੀਡੀਓ ਕਾਫੀ ਵਾਇਰਲ ਹੋ ਰਹੇ ਨੇ। ਨਿਆਗਰਾ ਫਾਲਸ ਅਮਰੀਕਾ ਦੇ ਨਿਊਯਾਰਕ ਅਤੇ ਕੈਨੇਡਾ ਦੇ ਓਨਟਾਰੀਓ ਬਾਰਡਰ ਤੇ ਪੈਂਦਾ ਹੈ। ਇੱਥੇ ਤਾਪਮਾਨ -52 ਡਿਗਰੀ ਸੈਲਸੀਅਸ ਤੱਕ ਦਰਜ ਕੀਤਾ ਗਿਆ ਹੈ। ਅਮਰੀਕਾ ਦੇ ਬਰਫੀਲੇ ਤੂਫਾਨ ਦਾ ਸਭ ਤੋਂ ਜ਼ਿਆਦਾ ਅਸਰ ਨਿਊਯਾਰਕ ਵਿੱਚ ਹੀ ਦੇਖਣ ਨੂੰ ਮਿਲਿਆ ਹੈ, ਜਿੱਥੇ ਹੁਣ ਤੱਕ 28 ਲੋਕਾਂ ਦੀ ਮੌਤ ਹੋ ਚੁੱਕੀ ਹੈ। ਤਾਪਮਾਨ 0 ਡਿਗਰੀ ਤੋਂ ਹੇਠਾਂ ਜਾਣ ਕਾਰਨ ਨਿਆਗਰਾ ਫਾਲਸ ਵਿੱਚ ਪਾਣੀ ਦੀ ਚਾਦਰ ਬਰਫ਼ ਵਿੱਚ ਬਦਲ ਗਈ ਹੈ, ਜਿਸ ਕਾਰਨ ਇੱਥੋਂ ਦਾ ਨਜ਼ਾਰਾ ਕਿਸੇ ਵੰਡਰਲੈਂਡ ਵਰਗਾ ਹੋ ਗਿਆ ਹੈ। ਕੜਾਕੇ ਦੀ ਠੰਡ ਵਿੱਚ ਵੀ ਸੈਲਾਨੀ ਉੱਥੇ ਜਾ ਕੇ ਤਸਵੀਰਾਂ ਸਾਂਝੀਆਂ ਕਰ ਰਹੇ ਨੇ। ਦੁਨੀਆ ਦਾ ਸਭ ਤੋਂ ਉੱਚਾ ਝਰਨਾ ਪਾਣੀ ਦੇ ਜ਼ਿਆਦਾ ਵਿਸਤਾਰ ਕਾਰਨ ਕਦੇ ਵੀ ਪੂਰੀ ਤਰ੍ਹਾਂ ਨਹੀਂ ਜੰਮਦਾ। ਨਿਊਯਾਰਕ ਸਟੇਟ ਪਾਰਕ ਦੇ ਮੁਤਾਬਿਕ ਨਿਆਗਰਾ ਫਾਲਸ ਵਿੱਚੋਂ ਹਰ ਸੈਕਿੰਡ ਵਿੱਚ 3160 ਟਨ ਪਾਣੀ ਵਹਿੰਦਾ ਹੈ, ਜੋ 32 ਫੁੱਟ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਡਿੱਗਦਾ ਹੈ। 9 ਸਾਲ ਪਹਿਲਾਂ 2014 ਵਿੱਚ ਝਰਨੇ ਦਾ ਪਾਣੀ ਵੀ ਹਵਾ ਵਿੱਚ ਬਰਫ਼ ਬਣ ਗਿਆ ਸੀ। ਤਾਪਮਾਨ -12 ਡਿਗਰੀ ਹੋਣ ਕਾਰਨ ਅੱਗੇ ਨਦੀ ਪੂਰੀ ਤਰ੍ਹਾਂ ਜੰਮ ਗਈ ਸੀ। ਆਈਸ ਬ੍ਰੇਕਰ ਕਿਸ਼ਤੀਆਂ ਨਾਲ ਨਦੀ ਵਿੱਚ ਬਰਫ਼ ਦੀ ਕਟਾਈ ਕੀਤੀ ਗਈ ਤਾਂ ਜੋ ਪਾਣੀ ਦਾ ਵਹਾਅ ਬਣਿਆ ਰਹੇ। ਹਾਲਾਂਕਿ ਕੁਝ ਥਾਵਾਂ ਤੇ ਬਰਫ਼ ਇੰਨੀ ਮਜ਼ਬੂਤ ਹੋ ਗਈ ਸੀ ਕਿ ਇਸ ਨੂੰ ਤੋੜਨਾ ਮੁਸ਼ਕਿਲ ਸੀ। ਦੱਸ ਦਈਏ ਕਿ ਨਿਆਗਰਾ ਫਾਲ ਦਾ ਵਹਾਅ ਇੰਨਾ ਤੇਜ਼ ਹੈ ਕਿ ਇਹ ਹੁਣ ਤੱਕ ਦੇ ਇਤਿਹਾਸ ਵਿੱਚ ਸਿਰਫ 7ਵੀਂ ਵਾਰ ਇਕੱਠਾ ਜੰਮਿਆ ਹੈ। 1848 ਵਿੱਚ ਪਹਿਲੀ ਵਾਰ ਜੰਮਣ ਤੋਂ ਬਾਅਦ 1911, 1912, 1917, 2014 ਅਤੇ 2015 ਵਿੱਚ ਵੀ ਇਹ ਝਰਨਾ ਜੰਮ ਗਿਆ ਸੀ। ਦਿੱਲੀ ਹਾਈ ਕੋਰਟ ਨੇ ਇੰਡੀਅਨ 에ਅਰਲਾਈਨਸ ਆਫੀਸਰਸ ਐਸੋਸੀਏਸ਼ਨ ਵੱਲੋਂ 에ਅਰ ਇੰਡੀਆ ਖਿਲਾਫ ਦਾਖਲ ਅਰਜ਼ੀ ਤੇ ਸੁਣਵਾਈ ਤੋਂ ਇਨਕਾਰ ਕਰ ਦਿੱਤਾ ਹੈ। ਐਸੋਸੀਏਸ਼ਨ ਨੇ ਤਨਖਾਹ ਅਤੇ ਭੱਤੇ ਆਦਿ ਦੀ ਮੰਗ ਕਰਦਿਆਂ ਅਰਜ਼ੀ ਦਾਖਲ ਕੀਤੀ ਸੀ। ਹਾਈ ਕੋਰਟ ਨੇ ਕਿਹਾ ਕਿ 에ਅਰ ਇੰਡੀਆ ਹੁਣ ਸਰਕਾਰ ਦੇ ਅਧੀਨ ਨਹੀਂ ਹੈ ਅਤੇ ਅਰਜ਼ੀ ਉਸ ਦੇ ਅਧਿਕਾਰ ਖੇਤਰ ਵਿੱਚ ਨਹੀਂ ਆਉਂਦੀ। ਜਸਟਿਸ ਜੋਤੀ ਸਿੰਘ ਨੇ ਕਿਹਾ ਕਿ ਅਰਜ਼ੀ ਜਦੋਂ 2016 ਦੇ ਵਿੱਚ ਦਾਖਲ ਕੀਤੀ ਗਈ ਸੀ ਤਾਂ ਬਿਨਾਂ ਸ਼ੱਕ ਇਹ ਸੁਣਨਯੋਗ ਸੀ, ਕਿਉਂਕਿ ਉਸ ਸਮੇਂ 에ਅਰ ਇੰਡੀਆ ਸਰਕਾਰੀ ਅਦਾਰਾ ਸੀ, ਪਰ ਹਾਲਾਤ ਬਦਲਣ ਨਾਲ ਇਸ ਦੀ ਮਾਲਕੀ ਬਦਲ ਗਈ ਅਤੇ ਮੌਜੂਦਾ ਸਮੇਂ ਵਿੱਚ ਮੰਗੀ ਗਈ ਰਾਹਤ ਅਦਾਲਤ ਨਹੀਂ ਦੇ ਸਕਦੀ। ਉਂਝ ਅਦਾਲਤ ਨੇ ਕਿਹਾ ਕਿ ਅਰਜ਼ੀਕਾਰ ਢੁਕਵੇਂ ਮੰਚ ਦਾ ਰੁਖ ਕਰ ਸਕਦੇ ਨੇ ਅਤੇ ਦਾਅਵਾ ਸਹੀ ਸਾਬਤ ਹੋਣ ਤੇ 에ਅਰ ਇੰਡੀਆ ਬਕਾਇਦਾ ਭੁਗਤਾਨ ਕਰਨ ਲਈ ਜ਼ਿੰਮੇਵਾਰ ਹੋਵੇਗਾ। 에ਅਰ ਇੰਡੀਆ ਦੇ ਵਕੀਲ ਨੇ ਕਿਹਾ ਕਿ 에ਅਰਲਾਈਨਸ ਦਾ ਨਿੱਜੀਕਰਨ ਹੋ ਗਿਆ ਹੈ। ਉਹਨਾਂ ਕਿਹਾ ਕਿ ਅਰਜ਼ੀ ਸੰਵਿਧਾਨ ਦੀ ਧਾਰਾ 226 ਤਹਿਤ ਨਹੀਂ ਆਉਂਦੀ, ਕਿਉਂਕਿ 에ਅਰ ਇੰਡੀਆ ਹੁਣ ਸਰਕਾਰੀ ਕੰਪਨੀ ਨਹੀਂ ਰਹਿ ਗਈ। ਕੇਂਦਰੀ ਸਿਹਤ ਮੰਤਰਾਲੇ ਨੇ ਅੱਜ ਕਿਹਾ ਕਿ ਚੀਨ, ਜਾਪਾਨ, ਹਾਂਗਕਾਂਗ, ਦੱਖਣੀ ਕੋਰੀਆ, ਸਿੰਗਾਪੁਰ ਅਤੇ ਥਾਈਲੈਂਡ ਤੋਂ ਆਉਣ ਵਾਲੇ ਯਾਤਰੀਆਂ ਲਈ 1 ਜਨਵਰੀ ਤੋਂ RT-PCR ਦੀ ਨੈਗੇਟਿਵ ਰਿਪੋਰਟ ਪੇਸ਼ ਕਰਨਾ ਲਾਜ਼ਮੀ ਹੋਵੇਗਾ। ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਮੁਲਕਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਯਾਤਰਾ ਤੋਂ ਪਹਿਲਾਂ ਹਵਾਈ ਸੁਵਿਧਾ ਪੋਰਟਲ ਤੇ ਨੈਗੇਟਿਵ ਕੋਵਿਡ ਰਿਪੋਰਟ ਸਾਂਝੀ ਕਰਨੀ ਪਵੇਗੀ। ਇਸ ਹਫਤੇ ਦੇ ਸ਼ੁਰੂ ਵਿੱਚ ਬੈਂਕਾਕ ਤੋਂ ਕਲਕੱਤਾ ਜਾ ਰਹੀ ਥਾਈ ਸਮਾਈਲ 에ਅਰਵੇਜ਼ ਦੀ ਫਲਾਈਟ ਵਿੱਚ ਸਵਾਰ ਕੁਝ ਯਾਤਰੀਆਂ ਵਿਚਾਲੇ ਕਥਿਤ ਤੌਰ ਤੇ ਝਗੜਾ ਹੋ ਗਿਆ। ਬੁੱਧਵਾਰ ਨੂੰ ਜਹਾਜ਼ ਦੇ ਅੰਦਰ ਝੜਪ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਸੀ। ਇਸ ਵਿੱਚ ਕੁਝ ਸਹਿ ਯਾਤਰੀ ਇੱਕ ਵਿਅਕਤੀ ਨੂੰ ਕਈ ਵਾਰ ਥੱਪੜ ਮਾਰਦੇ ਨਜ਼ਰ ਆ ਰਹੇ ਨੇ। ਜਹਾਜ਼ ਵਿੱਚ ਸਵਾਰ ਇੱਕ ਯਾਤਰੀ ਮੁਤਾਬਿਕ ਇਹ ਘਟਨਾ 26 ਦਸੰਬਰ ਨੂੰ ਵਾਪਰੀ, ਜਦੋਂ ਜਹਾਜ਼ ਰਨਵੇ ਤੋਂ ਉਤਰਨ ਵਾਲਾ ਸੀ। ਲੋਕਾਂ ਨੇ ਝਗੜਾ ਕਰਨ ਵਾਲਿਆਂ ਨੂੰ ਸ਼ਾਂਤ ਕਰਵਾਇਆ। ਝਗੜੇ ਦੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਨਵੇਂ ਸਾਲ ਦੀ ਸ਼ੁਰੂਆਤ ਵਿੱਚ ਭਾਰਤ ਵਿੱਚ ਕਰੋਨਾ ਵਾਇਰਸ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋ ਸਕਦਾ ਹੈ। ਜਨਵਰੀ ਵਿੱਚ ਕਰੋਨਾ ਦੀ ਇੱਕ ਹੋਰ ਲਹਿਰ ਆ ਸਕਦੀ ਹੈ। ਸਰਕਾਰ ਨਾਲ ਜੁੜੇ ਸੂਤਰਾਂ ਨੇ ਕਰੋਨਾ ਦੇ ਪਿਛਲੇ ਰੁਝਾਨਾਂ ਦਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਇਹ ਗੱਲ ਕਹੀ। ਮੰਨਿਆ ਜਾ ਰਿਹਾ ਹੈ ਕਿ ਅਗਲੇ 40 ਦਿਨ ਦੇਸ਼ ਲਈ ਚਿੰਤਾਜਨਕ ਰਹਿਣਗੇ। ਸਰਕਾਰ ਨੂੰ ਖਦਸ਼ਾ ਹੈ ਕਿ ਜਨਵਰੀ ਵਿੱਚ ਦੇਸ਼ ਵਿੱਚ ਕਰੋਨਾ ਦੇ ਮਾਮਲੇ ਵੱਧ ਸਕਦੇ ਨੇ। ਅਜਿਹੇ ਵਿੱਚ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਸਿਹਤ ਸਹੂਲਤਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ। ਸਿਹਤ ਮੰਤਰਾਲੇ ਤੋਂ ਸੂਚਨਾ ਮਿਲੀ ਹੈ ਕਿ ਚੀਨ, ਜਾਪਾਨ, ਦੱਖਣੀ ਕੋਰੀਆ, ਹਾਂਗਕਾਂਗ, ਥਾਈਲੈਂਡ ਅਤੇ ਸਿੰਗਾਪੁਰ ਤੋਂ ਆਉਣ ਵਾਲੇ ਯਾਤਰੀਆਂ ਲਈ 72 ਘੰਟੇ ਪਹਿਲਾਂ 에ਅਰ ਸੁਵਿਧਾ ਫਾਰਮ ਭਰਨਾ ਅਤੇ ਨੈਗੇਟਿਵ RT-PCR ਰਿਪੋਰਟ ਦਿਖਾਉਣਾ ਲਾਜ਼ਮੀ ਕੀਤਾ ਜਾ ਸਕਦਾ ਹੈ। ਹਾਲਾਂਕਿ ਮੰਤਰਾਲੇ ਦੇ ਅਧਿਕਾਰੀਆਂ ਦਾ ਇਹ ਵੀ ਮੰਨਣਾ ਹੈ ਕਿ ਜੇਕਰ ਦੇਸ਼ ਵਿੱਚ ਕਰੋਨਾ ਵਾਇਰਸ ਦੀ ਲਾਗ ਦੀ ਦਰ ਵੱਧਦੀ ਹੈ ਤਾਂ ਵੀ ਲੋਕਾਂ ਵਿੱਚ ਗੰਭੀਰ ਲੱਛਣਾਂ ਜਾਂ ਮੌਤਾਂ ਦੀ ਕੋਈ ਸੰਭਾਵਨਾ ਨਹੀਂ ਹੈ। ਚੀਨ ਸਮੇਤ ਕਈ ਦੇਸ਼ਾਂ ਵਿੱਚ ਕਰੋਨਾ ਦੇ ਮਾਮਲਿਆਂ ਵਿੱਚ ਵਾਧੇ ਦੇ ਵਿਚਕਾਰ ਸੀਰਮ ਇੰਸਟੀਚਿਊਟ ਆਫ ਇੰਡੀਆ SII ਨੇ ਕੇਂਦਰ ਸਰਕਾਰ ਨੂੰ ਕੋਵਿਸ਼ੀਲਡ ਦੀਆਂ 2 ਕਰੋੜ ਖੁਰਾਕਾਂ ਮੁਫਤ ਦੇਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਸਿਹਤ ਮੰਤਰਾਲੇ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਚੀਨ ਸਮੇਤ 6 ਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਤੇ ਅਗਲੇ ਹਫ਼ਤੇ ਤੋਂ ਸਖਤੀ ਵਧਾਈ ਜਾ ਸਕਦੀ ਹੈ।
ਸੂਤਰਾਂ ਮੁਤਾਬਿਕ ਚੀਨ ਵਿੱਚ ਕਰੀਬ 10 ਦਿਨ ਪਹਿਲਾਂ ਕਰੋਨਾ ਦੇ ਮਾਮਲੇ ਸਿਖਰ ਤੇ ਪਹੁੰਚ ਗਏ ਸਨ ਅਤੇ ਹੁਣ ਅਮਰੀਕਾ ਅਤੇ ਕੁਝ ਪ੍ਰਸ਼ਾਂਤ ਟਾਪੂ ਦੇਸ਼ਾਂ ਵਿੱਚ ਮਾਮਲੇ ਵਧ ਰਹੇ ਨੇ। ਚੋਣ ਕਮਿਸ਼ਨ ਨੇ ਘਰਾਂ ਤੋਂ ਦੂਰ ਰਹਿਣ ਵਾਲੇ ਵੋਟਰਾਂ ਲਈ ਰਿਮੋਟ ਵੋਟਿੰਗ ਸਿਸਟਮ RVM ਤਿਆਰ ਕੀਤਾ ਹੈ। ਇਹ ਜਾਣਕਾਰੀ ਚੋਣ ਕਮਿਸ਼ਨ ਵੱਲੋਂ ਵੀਰਵਾਰ ਨੂੰ ਐਲਾਨ ਕੀਤੀ ਗਈ ਹੈ। ਰਿਮੋਟ ਇਲੈਕਟ੍ਰੋਨਿਕ ਵੋਟਿੰਗ ਮਸ਼ੀਨ ਯਾਨੀ RVM ਦੀ ਮਦਦ ਨਾਲ ਹੁਣ ਘਰ ਤੋਂ ਦੂਰ ਕਿਸੇ ਹੋਰ ਸ਼ਹਿਰ ਅਤੇ ਰਾਜ ਵਿੱਚ ਰਹਿੰਦੇ ਵੋਟਰ ਵਿਧਾਨ ਸਭਾ ਲੋਕ ਸਭਾ ਚੋਣਾਂ ਵਿੱਚ ਆਪਣੀਆਂ ਵੋਟਾਂ ਪਾ ਸਕਣਗੇ। ਕਮਿਸ਼ਨ 16 ਜਨਵਰੀ ਨੂੰ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਸ RVM ਦਾ ਲਾਈਵ ਪ੍ਰਦਰਸ਼ਨ ਦੇਵੇਗਾ। ਦੱਸ ਦਈਏ ਕਿ ਦੂਜੇ ਰਾਜਾਂ ਵਿੱਚ ਕੰਮ ਕਰਨ ਵਾਲੇ ਲੋਕ ਪ੍ਰਵਾਸੀ ਮਜ਼ਦੂਰ RVM ਦੀ ਵਰਤੋਂ ਕਰ ਸਕਣਗੇ, ਪਰ ਇਸ ਦਾ ਮਤਲਬ ਇਹ ਨਹੀਂ ਹੋਵੇਗਾ ਕਿ ਉਹ ਘਰ ਬੈਠੇ ਹੀ ਵੋਟ ਪਾ ਸਕਣਗੇ। ਕਮਿਸ਼ਨ ਦੇ ਇਸ ਸਹੂਲਤ ਦਾ ਲਾਭ ਲੈਣ ਲਈ ਵਿਅਕਤੀ ਨੂੰ ਵੋਟਿੰਗ ਵਾਲੇ ਦਿਨ ਵੋਟਿੰਗ ਵਾਲੀ ਥਾਂ ਤੇ ਪਹੁੰਚਣਾ ਹੋਵੇਗਾ। ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਇਸ ਸਬੰਧ ਵਿੱਚ ਦੱਸਿਆ ਕਿ IIT ਮਦਰਾਸ ਦੀ ਮਦਦ ਨਾਲ ਬਣਾਈ ਗਈ ਮਲਟੀ ਕਨਸਟੀਟੂਐਂਸੀ ਰਿਮੋਟ EVM ਸਿੰਗਲ ਰਿਮੋਟ ਪੋਲਿੰਗ ਬੂਥ ਤੋਂ 72 ਹਲਕਿਆਂ ਨੂੰ ਸੰਭਾਲ ਸਕਦੀ ਹੈ। ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਕਾਨੂੰਨੀ ਪ੍ਰਸ਼ਾਸਨਿਕ ਅਤੇ ਤਕਨੀਕੀ ਚੁਣੌਤੀਆਂ ਬਾਰੇ ਵੀ ਸਿਆਸੀ ਪਾਰਟੀਆਂ ਦੇ ਵਿਚਾਰ ਮੰਗੇ ਗਏ ਨੇ। ਕਮਿਸ਼ਨ ਨੇ ਨੋਟ ਕੀਤਾ ਕਿ 2019 ਦੀਆਂ ਆਮ ਚੋਣਾਂ ਵਿੱਚ ਮਤਦਾਨ 67.4% ਸੀ। 30 ਕਰੋੜ ਤੋਂ ਵੱਧ ਵੋਟਰਾਂ ਨੇ ਆਪਣੀ ਵੋਟ ਦਾ ਇਸਤੇਮਾਲ ਨਹੀਂ ਕੀਤਾ। ਕਮਿਸ਼ਨ ਨੇ ਕਿਹਾ ਇੱਕ ਨਵੀਂ ਥਾਂ ਤੇ ਜਾਣ ਤੇ ਵੋਟਰ ਕਈ ਕਾਰਨਾਂ ਕਰਕੇ ਰਜਿਸਟਰ ਅਤੇ ਵੋਟ ਨਹੀਂ ਕਰ ਪਾਉਂਦੇ। ਘਰੇਲੂ ਪ੍ਰਵਾਸੀਆਂ ਦੀ ਵੋਟ ਪਾਉਣ ਦੀ ਅਸਮਰਥਤਾ ਚਿੰਤਾ ਦਾ ਵਿਸ਼ਾ ਹੈ। ਇਸ ਲਈ RVM ਯੋਜਨਾ ਤਿਆਰ ਕੀਤੀ ਗਈ ਸੀ। ਉਹਨਾਂ ਅੱਗੇ ਦੱਸਿਆ ਕਿ ਸਾਰੀਆਂ ਸਿਆਸੀ ਪਾਰਟੀਆਂ ਨੂੰ 16 ਜਨਵਰੀ ਨੂੰ ਸੱਦਿਆ ਗਿਆ ਹੈ। ਉਹ ਇਸ RVM ਸਿਸਟਮ ਨੂੰ ਸਿਆਸੀ ਪਾਰਟੀਆਂ ਨੂੰ ਦਿਖਾਉਣਗੇ ਅਤੇ ਉਹਨਾਂ ਤੋਂ ਸੁਝਾਅ ਮੰਗਣਗੇ। ਇਸ ਤੋਂ ਬਾਅਦ ਹੀ ਇਸ ਨੂੰ ਲਾਗੂ ਕਰਨ ਦੀ ਪ੍ਰਕਿਰਿਆ ਅੱਗੇ ਵਧੇਗੀ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪੰਜਾਬ ਵਿੱਚ 5 ਜਨਵਰੀ ਨੂੰ ਸਾਰੇ ਟੋਲ ਬੰਦ ਕਰਨ ਦਾ ਐਲਾਨ ਕੀਤਾ। ਇਹ ਸਾਰੇ ਟੋਲ ਦੁਪਹਿਰ 12 ਵਜੇ ਤੋਂ 3 ਵਜੇ ਤੱਕ ਬੰਦ ਕੀਤੇ ਜਾਣਗੇ। BKU ਏਕਤਾ ਉਗਰਾਹਾਂ ਨੇ ਇਹ ਫੈਸਲਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਮੰਗ ਪੱਤਰ ਤੇ ਸਹਿਮਤੀ ਜਤਾਉਂਦੇ ਹੋਏ ਲਿਆ। ਇਸ ਸੰਬੰਧੀ BKU ਏਕਤਾ ਉਗਰਾਹਾਂ ਦੇ ਪ੍ਰਦੇਸ਼ ਸੈਕਟਰੀ ਸਿੰਗਾਰਾ ਸਿੰਘ ਮਾਨ ਨੇ ਕਿਹਾ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਪਹਿਲਾਂ ਤੋਂ ਪੰਜਾਬ ਦੇ 18 ਟੋਲ 15 ਜਨਵਰੀ ਤੱਕ ਫ੍ਰੀ ਕੀਤੇ ਗਏ ਨੇ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜਿਨ੍ਹਾਂ ਮੰਗਾਂ ਤੇ ਲੜ ਰਹੀ ਹੈ ਉਹਨਾਂ ਤੇ ਸਹਿਮਤੀ ਜਤਾਉਂਦੇ ਹੋਏ ਪੰਜਾਬ ਦੇ ਸਾਰੇ ਟੋਲ ਫ੍ਰੀ ਕੀਤੇ ਜਾਣਗੇ। ਦੱਸ ਦਈਏ ਕਿ ਇਨ੍ਹਾਂ ਟੋਲ ਤੇ ਲਗਾਏ ਜਾ ਰਹੇ ਧਰਨਾ ਪ੍ਰਦਰਸ਼ਨਾਂ ਵਿੱਚ BKU ਏਕਤਾ ਉਗਰਾਹਾਂ ਵੱਲੋਂ ਕਿਸਾਨਾਂ ਨੂੰ ਭਾਰੀ ਗਿਣਤੀ ਵਿੱਚ ਪਹੁੰਚਣ ਦੀ ਅਪੀਲ ਕੀਤੀ ਗਈ ਹੈ ਤਾਂ ਜੋ ਕਿਸਾਨ ਮਜ਼ਦੂਰ ਸੰਘਰਸ਼ ਦੀਆਂ ਮੰਗਾਂ ਦਾ ਸਮਰਥਨ ਕੀਤਾ ਜਾ ਸਕੇ। ਕਿਸਾਨ ਸੰਗਠਨ ਵੱਲੋਂ ਕਰਜ਼ੇ ਮੁਆਫ ਕਰਨ, ਫਸਲਾਂ ਦੇ ਲਾਭਕਾਰੀ ਮੁੱਲ ਤੇ ਫਸਲਾਂ ਦੇ ਮੁਆਵਜ਼ੇ ਸਣੇ ਹੋਰ ਮੰਗਾਂ ਨੂੰ ਪੂਰੇ ਕੀਤੇ ਜਾਣ ਦੀ ਮੰਗ ਕਰ ਰਹੇ ਨੇ। ਦਸਮ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਵੱਡੀ ਗਿਣਤੀ ਵਿੱਚ ਸ਼ਰਧਾਲੂ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਰਹੇ ਨੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਨੂੰ ਫੁੱਲਾਂ ਨਾਲ ਸਜਾਇਆ ਗਿਆ ਹੈ। ਇਸ ਦੌਰਾਨ ਜਿੱਥੇ ਸ੍ਰੀ ਦਰਬਾਰ ਸਾਹਿਬ ਦੀ ਪਰਿਕਰਮਾ ਵਿੱਚ ਨਗਰ ਕੀਰਤਨ ਕੱਢਿਆ ਗਿਆ, ਉੱਥੇ ਹੀ ਦੂਜੇ ਪਾਸੇ ਹਰਿਮੰਦਰ ਸਾਹਿਬ ਵਿੱਚ ਜਲੌ ਵੀ ਸਜਾਏ ਗਏ ਨੇ। ਇਸ ਦੌਰਾਨ SGPC ਵੱਲੋਂ ਸ੍ਰੀ ਪਟਨਾ ਸਾਹਿਬ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਹੋਇਆ ਸੀ ਵਿੱਚ ਵੀ ਵਿਸ਼ੇਸ਼ ਪ੍ਰੋਗਰਾਮ ਆਯੋਜਿਤ ਕੀਤਾ ਗਿਆ, ਜਿੱਥੇ ਲੱਖਾਂ ਦੀ ਗਿਣਤੀ ਵਿੱਚ ਸ਼ਰਧਾਲੂ ਮੱਥਾ ਟੇਕਣ ਪਹੁੰਚ ਰਹੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜਨਮ ਅਸਥਾਨ ਨੂੰ ਲਾਈਟਾਂ ਨਾਲ ਸਜਾਇਆ ਗਿਆ। ਦੱਸ ਦਈਏ ਕਿ ਇਸ ਖਾਸ ਮੌਕੇ ਪ੍ਰਧਾਨ ਮੰਤਰੀ ਨੇ ਵੀ ਟਵੀਟ ਕੀਤਾ ਤੇ ਸੰਗਤਾਂ ਨੂੰ ਵਧਾਈ ਦਿੱਤੀ। PM ਮੋਦੀ ਨੇ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਪਵਿੱਤਰ ਮੌਕੇ ਤੇ ਉਹਨਾਂ ਨੂੰ ਮੈਂ ਪ੍ਰਣਾਮ ਕਰਦਾ ਅਤੇ ਮਾਨਵਤਾ ਦੀ ਸੇਵਾ ਲਈ ਉਹਨਾਂ ਦੇ ਯੋਗਦਾਨ ਨੂੰ ਯਾਦ ਕਰਦਾ। ਉਹਨਾਂ ਦਾ ਬੇਮਿਸਾਲ ਸਾਹਸ ਆਉਣ ਵਾਲੇ ਵਰ੍ਹਿਆਂ ਤੱਕ ਲੋਕਾਂ ਨੂੰ ਪ੍ਰੇਰਿਤ ਕਰਦਾ ਰਹੇਗਾ। ਉੱਥੇ ਹੀ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਤੇ ਸੰਗਤਾਂ ਨੂੰ ਵਧਾਈਆਂ ਦਿੱਤੀਆਂ ਨੇ। CM ਮਾਨ ਨੇ ਟਵੀਟ ਕਰਦਿਆਂ ਲਿਖਿਆ, ਸਾਹਿਬੇ ਕਮਾਲ ਦਸ਼ਮੇਸ਼ ਪਿਤਾ ਕਲਗੀਧਰ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ, ਜਿਨ੍ਹਾਂ ਸਮੁੱਚੀ ਕੌਮ ਨੂੰ ਖਾਲਸੇ ਦੀ ਸਾਜਨਾ ਕਰ ਪੂਰੀ ਦੁਨੀਆ ਵਿੱਚ ਵੱਖਰੀ ਪਹਿਚਾਨ ਦਿੱਤੀ। ਅੱਜ ਗੁਰੂ ਸਾਹਿਬ ਦੇ ਪ੍ਰਕਾਸ਼ ਗੁਰਪੁਰਬ ਦੀਆਂ ਦੇਸ਼ ਵਿਦੇਸ਼ਾਂ 'ਚ ਵਸਦੀਆਂ ਸਮੂਹ ਸਿੱਖ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ। ਪੰਜਾਬ ਵਿੱਚ ਪਾਕਿਸਤਾਨ ਦੀ ਨਾਪਾਕ ਸਾਜ਼ਿਸ਼ ਦਾ ਪਰਦਾਫਾਸ਼ ਹੋਇਆ ਹੈ। ਕੇਂਦਰੀ ਖੁਫੀਆ ਏਜੰਸੀਆਂ ਨੇ ਵੀਰਵਾਰ ਨੂੰ ਪੰਜਾਬ ਵਿੱਚ ਅੱਤਵਾਦੀ ਹਮਲੇ ਨੂੰ ਲੈ ਕੇ ਅਲਰਟ ਜਾਰੀ ਕੀਤਾ ਹੈ।
अलर्ट विच कहा गया है कि पंजाब विच मौजूद अतवादी जिन्हां दा संबंध पाकिस्तान दे अतवादी संगठन नाल है वो पुलिस स्टेशन नूं निशाना बना सकते हैं। केंद्रीय खुफिया एजेंसी के इनपुट्स मुताबिक पाकिस्तान नाल संबंधित अतवादी नवे साल के मौके पर पंजाब के पुलिस स्टेशनां अते सरकारी इमारतां नूं निशाना बना सकते हैं। अतवादियों की योजना RPG नाल पुलिस स्टेशन ते हमला करन दी है। इस दे लई मोहाली दे एक थाने की रेकी भी की गई। पंजाब पुलिस ने इस संबंधी अलर्ट जारी कर दिता है। स्लीपर सैल माइड्यूल पंजाब विच भेज दिते गए ने। दस दईए कि मंगलवार नूं अतवादी लखबीर सिंह लंडा दे एक सब माइड्यूल का पर्दाफाश करते हुए 3 ऑपरेटिवां नूं गिरफ्तार किया गया सी। उस दे कब्जे चों RPG बरामद किए गए सन। CBI ने कई राज मैडिकल कौंसलों तो लाजमी प्रक्रियावां पास किए बिना भारत विच प्रैक्टिस करने वाले विदेशी डॉक्टरों विरुद्ध जांच के संबंध में अज देश भर में 91 ठिकाणियां ते छापेमारी की। एजेंसी ने 14 राज मैडिकल कौंसलों और 73 विदेशी मैडिकल ग्रैजुएटों विरुद्ध FIR दर्ज करवाई, जिन्हों ने लाजमी विदेशी मैडिकल ग्रैजुएट परीक्षा पास किए बिना भारत विच प्रैक्टिस करने की इजाजत दी गई। केंद्रीय ड्रग स्टैंडर्ड कंट्रोल ऑर्गेनाइजेशन ने उज़बेकिस्तान विच भारतीय कंपनी वालों तैयार कथित तौर पर खंघ का सिरप पीण कारण 18 बच्चों की मौत की जांच शुरू कर दी है। उज़बेकिस्तान के सेहत मंत्रालय ने दावा किया कि इन्होंने बच्चों ने नोएडा स्थित मैरियन बायोटेक वालों तैयार खंघ की सिरप DOC-1 मैक्स का सेवन किया सी। कंपनी ने कहा कि वह दोवां देशों दी सरकारां मामले की जांच ते पुछ पड़ताल कर रही ने। इस दौरान केंद्र सरकार ने कहा कि उत्तर प्रदेश विच नोएडा स्थित भारतीय कंपनी मैरियन बायोटेक वालों तैयार खंघ सिर्फ DOC-1 मैक्स के नमूने जांच लई चंडीगढ़ स्थित खेतरी ड्रग टेस्टिंग लैबोरेटरी विच भेजे गए ने। संयुक्त राष्ट्र सलामती कौंसल जिसकी प्रधानगी मौजूदा समय भारत कोल है, उसने अफगानिस्तान विच तालिबान वालों औरतों और लड़कियों के काम और पढ़ाई ते पाबंदियां खिलाफ चिंता जताई है और तालिबान शासकों नूं ये नीतियां वापस लैण की अपील की, जिन्हां नाल मनुखी अधिकारां दा सन्मान घट रहा है। तालिबान ने पिछले हफ्ते औरतों के यूनीवर्सिटियों में पढ़न और गैर सरकारी संस्थावां में काम करन ते पाबंदी ला दी सी। संयुक्त राष्ट्र सलामती कौंसल ने तालिबान वालों औरतों ते पाबंदियां नूं मनुखी अधिकारां की उलंघना करार दिता है। संयुक्त राष्ट्र विच भारत की सफीर और दसंबर महीने लई UNSC की प्रधान रुचिरा कंबोज ने मंगलवार नूं 15 देशी सलामती कौंसल के आधार पर जारी बयान में कहा कि कौंसल के मैंबर इन्हां रिपोर्टों तो बेहद चिंतित ने कि तालिबान ने औरतों और लड़कियों लिए यूनीवर्सिटियों तक पहुँच ते पाबंदी लगा दी है। बयान मुताबिक सलामती कौंसल ने अफगानिस्तान में औरतों और लड़कियों लिए 6वीं क्लास तो अगे स्कूलों की मुलतवी नूं लैके फिर डूंगी चिंता प्रगटाई है। सलामती कौंसल अफगानिस्तान के विकास और हर खेत्र में औरतों और लड़कियों के पूरे सन्मान और सार्थक शमूलीयत की मंग करती है। UNSC ने तालिबान तो ये फैसले वापस लैण की अपील करदियां कहा कि औरतों की सिक्ख्या और काम करन ते पाबंदियां लाउण नाल उन्हां दे मनुखी अधिकारां और मौलिक आज़ादी की उलंघना हो रही है। कौंसल ने कहा कि ये पाबंदियां तालिबान वालों अफगानिस्तान के लोगों प्रति प्रगटाइयां वचनबद्धतावां दे नाल नाल कौमांतरी भाईचारे दीयां आसां दे उल्ट ने। संयुक्त राष्ट्र की महिला कार्यकारी डायरैक्टर सीमा बाहोस ने यह बयान में कहा कि अफगानिस्तान के अधिकारियों ने एक बार फिर अफगानिस्तान दीयां औरतां और लड़कियों को नुकसान पहुँचाने के तरीके लभे ने। बाहोस ने कहा, असीं बिना झिझक इसकी करड़ी निंदा करते हैं। मनुखी अधिकारां लई संयुक्त राष्ट्र के हाई कमिश्नर वोल्कर तुर्क ने कहा कि अफगानिस्तान वालों औरतों को गैर सरकारी जथेबंदियों लई काम करन तो रोकण के भयानक नतीजे निकल सकते हैं। तुर्क ने जनेवा तो एक बयान जारी करके कहा, कोई भी देश औरतों तो बिना समाजिक और आर्थिक तौर पर विकास नहीं कर सकता। महिलावां और लड़कियां ते लाइयां गईयां इन्हां पाबंदियां नाल ना सिर्फ अफगानिस्तान के लोगों लिए मुसीबत वधेगी, सगों मैनूं डर है कि अफगानिस्तान तो बाहर भी खतरा पैदा हो सकता है। पंजाब ते हरियाणा के ज़्यादातर इलाकों में ठंड का कहर जारी है। बुधवार नूं पंजाब ते हरियाणा के कई हिस्सों में धुंध छाई रही। मौसम विभाग की रिपोर्ट अनुसार पंजाब में बुधवार नूं बठिंडा सब तो ठंडा रहा। इत्थे घट तापमान 1 डिग्री सैल्सीयस दर्ज किया गया, जिस कारण विजिबिलिटी 0 रही। मौसम विभाग ने अलर्ट जारी कर दिता है कि अगले दिनों में यह पारा होर हेठां जाण दे आसार ने।
ਇਸੇ ਤਰ੍ਹਾਂ ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 2.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦਕਿ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 6.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਪਟਿਆਲਾ ਵਿੱਚ 6.8 ਡਿਗਰੀ, ਪਠਾਨਕੋਟ ਵਿੱਚ 7.1 ਡਿਗਰੀ, ਫਰੀਦਕੋਟ ਵਿੱਚ 3.5 ਡਿਗਰੀ ਤੇ ਗੁਰਦਾਸਪੁਰ ਵਿੱਚ 4.7 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਮੌਸਮ ਵਿਭਾਗ ਚੰਡੀਗੜ੍ਹ ਦੇ ਡਾਇਰੈਕਟਰ ਨੇ ਦੱਸਿਆ ਕਿ 29 ਦਸੰਬਰ ਨੂੰ ਪੱਛਮੀ ਗੜਬੜੀ ਦਾ ਅਸਰ ਦੇਖਣ ਨੂੰ ਮਿਲਣ ਵਾਲਾ ਹੈ। ਮੌਸਮ ਵਿਭਾਗ ਅਨੁਸਾਰ ਇਸ ਦੌਰਾਨ ਪਠਾਨਕੋਟ ਤੇ ਗੁਰਦਾਸਪੁਰ ਸਣੇ ਨਾਲ ਲੱਗਦੇ ਇਲਾਕਿਆਂ ਵਿੱਚ ਬੂੰਦਾਬਾਂਦੀ ਹੋ ਸਕਦੀ ਹੈ, ਜਦਕਿ ਬਾਕੀ ਦੇ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਰਹੇਗਾ। ਮੌਸਮ ਵਿਭਾਗ ਅਨੁਸਾਰ 29 ਦਸੰਬਰ ਤੇ 30 ਦਸੰਬਰ ਨੂੰ ਕਈ ਇਲਾਕਿਆਂ ਵਿੱਚ ਧੁੰਦ ਤੋਂ ਰਾਹਤ ਮਿਲੇਗੀ, ਜਦਕਿ 31 ਦਸੰਬਰ ਤੇ 1 ਜਨਵਰੀ ਨੂੰ ਸੰਘਣੀ ਧੁੰਦ ਤੇ ਕੜਾਕੇ ਦੀ ਠੰਡ ਪਵੇਗੀ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਹੋਰ ਅਪਡੇਟਸ ਦੇ ਲਈ ਵੇਖਦੇ ਰਹੋ ਪੰਜਾਬ ਮੇਲ USA TV। ਸਤਿ ਸ਼੍ਰੀ ਅਕਾਲ।